कि सुखबीर बादल ने अकाली दल के नवे ढांचे संबंधी जानकारी दी ਅਤੇ श्रोमणी कमेटी ने बंदी ਸਿੰਘਾਂ ਦੀ रिहाई के लिए ਜਿਹੜਾ संघर्ष ਆ ਉਹ 12 ਤੋਂ ਕਰਨ ਦਾ ਐਲਾਨ ਕੀਤਾ। ਵਿਰੋਧੀ ਲਹਿਰ ਪੈਦਾ ਹੋ ਜਾਂਦੀ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਐਂਟੀ ਇਨਕੰਬੈਂਸੀ ਕਹਿੰਦੇ ਆਪਾਂ। ਉਹ ਕਾਂਗਰਸ ਦੀ ਪੈਦਾ ਹੋਣੀ ਚਾਹੀਦੀ ਸੀ। ਕਾਂਗਰਸ ਵਾਲੇ 18 ਜਮਾ 19 ਸੀਟਾਂ ਲੈ ਗਏ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ ਤੇ ਸਿਰਫ 3 ਸੀਟਾਂ ਤੇ ਸਿਮਟ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕਮੇਟੀ ਬਣਾਈ 13 ਮੈਂਬਰੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ। ਝੁੰਦਾ ਸਾਹਿਬ ਕਹਿੰਦੇ ਵੀ ਮੈਂ 100 ਹਲਕਿਆਂ 'ਚ ਗਏ, ਅਸੀਂ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਪਤਾ ਨਹੀਂ 40 ਨੂੰ ਕੱਤੀ ਦਿੱਤਾ ਪ੍ਰੋਗਰਾਮ, 48 ਨੂੰ ਕੱਤੀ ਦਿੱਤਾ ਜ਼ਰੂਰ ਆ ਕੇ ਇੱਕ ਰਿਪੋਰਟ। ਜ਼ਿਲ੍ਹਾ ਪ੍ਰਧਾਨਾਂ ਤੇ ਵੀ ਲਾਗੂ ਹੁੰਦਾ, ਐਮਐਲਏਆਂ ਤੇ ਵੀ ਲਾਗੂ ਹੁੰਦਾ, ਦੂਜਿਆਂ ਤੇ ਵੀ ਲਾਗੂ ਹੁੰਦਾ, ਪਰ ਅਕਾਲੀ ਦਲ ਦੇ ਪ੍ਰਧਾਨ ਤੇ ਲਾਗੂ ਨਹੀਂ ਹੁੰਦਾ ਇਹ ਫਾਰਮੂਲਾ। 2008 ਤੋਂ ਲੈ ਕੇ ਇਹ ਪ੍ਰਧਾਨ ਬਣਿਆ ਹੋਇਆ 14 ਹੋ ਗਏ ਸਾਲ ਹੋ ਗਏ ਤੇ ਨਵਾਂ ਫਾਰਮੂਲਾ ਕੀ ਕੱਢ ਲਿਆਂਦਾ। ਅਕਾਲੀ ਦਲ ਦਾ ਪ੍ਰਧਾਨ 5 ਸਾਲ ਵਾਸਤੇ ਹੋਵੇਗਾ ਤੇ 2 ਟਰਮਾਂ ਲਗਾਤਾਰ। ਇਹ ਨਵੇਂ ਫਾਰਮੂਲੇ ਦੇ ਵਿੱਚ 12 ਸਾਲ ਤਾਂ ਆਪਦੇ ਕੱਢ ਲਿਆਂਦੇ। ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਾਉਣ ਦੀ ਗੱਲ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਕੀਤੀ ਸੀ ਵੱਧ ਅਧਿਕਾਰਾਂ ਦੀ। ਉਹਦਾ ਭੋਗ ਉਸ ਵੇਲੇ ਪਾਤਾ ਜਦੋਂ ਧਾਰਾ 370 ਦੇ ਮਾਮਲੇ ਦੇ ਵਿੱਚ ਇਹ ਭਾਜਪਾ ਦੇ ਨਾਲ ਖੜੇ, ਉਹਦੇ ਹੱਕ 'ਚ ਗਏ। ਰਾਜਾਂ ਨੂੰ ਵੱਧ ਅਧਿਕਾਰ ਅੱਜ ਇਹ ਕਰ ਨਹੀਂ ਸਕਦੇ ਗੱਲ। ਖੇਡਾਂ ਵਤਨ ਪੰਜਾਬ ਦੀਆਂ ਦੀ ਜਿਹੜੀ ਸ਼ੁਰੂਆਤ ਆ ਉਹ ਜਲੰਧਰ ਤੋਂ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਖੇਡਾਂ ਦੇ ਵਿੱਚ ਉਹਨਾਂ ਦੇ ਵੱਲੋਂ ਵਾਲੀਬਾਲ ਦਾ ਮੈਚ ਉਹ ਖੇਡਿਆ ਗਿਆ। ਉਹ ਇੱਕ ਪ੍ਰਦਰਸ਼ਨੀ ਮੈਚ ਸੀ ਜਲੰਧਰ ਦੇ ਵਿੱਚ। 29 ਤਰੀਕ ਨੂੰ ਇਸ ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼ ਹੋਇਆ, ਜਿਹੜਾ ਸੂਬਾ ਪੱਧਰੀ ਮੁਕਾਬਲੇ ਕੀਤੇ ਜਾਣਗੇ। ਭਾਵ ਇਹਨਾਂ ਦਾ ਸਮਾਪਨ 21 ਅਕਤੂਬਰ ਨੂੰ ਹੋਵੇਗਾ। ਉਹਦੇ ਬਾਰੇ ਅਜੇ ਸਰਕਾਰ ਨੇ ਦੱਸਿਆ ਨਹੀਂ ਕਿ ਇਹ ਹੋਵੇਗਾ ਕਿਹੜੇ ਸ਼ਹਿਰ ਦੇ ਵਿੱਚ। ਭਾਜਪਾ ਨੇ 2024 ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ 9 ਲੋਕ ਸਭਾ ਹਲਕਿਆਂ ਦੀ ਚੋਣ ਕੀਤੀ ਹੈ। 3 ਮੰਤਰੀਆਂ ਦੀ ਇਸ ਦੇ ਵਾਸਤੇ ਡਿਊਟੀ ਵੀ ਲਗਾ ਦਿੱਤੀ ਗਈ। ਇਹਦੇ ਵਿੱਚ ਮੰਤਰੀ ਕੌਣ ਨੇ? ਇੱਕ ਤਾਂ ਗਜਿੰਦਰ ਸ਼ੇਖਾਵਤ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਔਰ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵੀ ਨੇ। 58% ਇੱਥੇ ਸਿੱਖ ਵੋਟਰ ਹੈ, ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਇੰਚਾਰਜ ਬਣਾਇਆ ਤੇ ਅਗਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਫਿਰ ਹੋਰ ਵੱਧ ਉਹ ਮਿਹਨਤ ਕਰਨਗੇ। ਉਹਨਾਂ ਦਾ ਵਿਚਾਰ ਹੈ ਕਿ ਕਾਂਗਰਸ ਨੂੰ ਜਿਹੜੀ ਆ ਉਹ ਹਾਸ਼ੀਏ ਤੇ ਹੈ ਤੇ ਆਮ ਆਦਮੀ ਪਾਰਟੀ ਨੂੰ ਹਾਸ਼ੀਏ ਤੇ ਧੱਕਣ ਵਾਸਤੇ ਉਹ ਕੰਮ ਕਰ ਰਹੇ ਨੇ। ਅਕਾਲੀਆਂ ਦਾ ਅਜੇ ਤੁਹਾਨੂੰ ਪਤਾ ਹੀ ਹੈ ਕਿ ਕੋਈ ਪੈਰ ਲੱਗਦੇ ਨਜ਼ਰ ਆ ਨਹੀਂ ਰਹੇ। ਇਹਨਾਂ ਨੇ ਬੜਾ ਯਤਨ ਕੀਤਾ ਸੀ ਕਿ ਸਾਡਾ ਹੱਥ ਫੜ ਲੈਣ, ਲੇਕਿਨ ਪਤਾ ਨਹੀਂ ਇਹ ਕਿਹੜਾ ਸਰੋਂ ਦਾ ਤੇਲ ਲਾ ਕੇ ਜਾਂ ਕੋਈ ਹੋਰ ਲਾ ਕੇ ਚਲੇ ਗਏ, ਉਹਨਾਂ ਨਾਲ ਹੱਥ ਮਿਲਾਇਆ ਨਹੀਂ ਗਿਆ। ਸੋ ਉਹਨਾਂ ਨੇ ਆਪਣੇ ਬੰਦੇ ਇੱਥੇ ਭੇਜੇ ਨੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਹਫ਼ਤੇ ਭਰ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਖਬਰਾਂ ਕਰਕੇ ਪੂਰਾ ਹਫ਼ਤਾ ਸਰਗਰਮ ਰਿਹਾ ਹੋਵੇ। ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫ਼ਤੇ ਦੇ ਵਿੱਚ ਕੁਝ ਅਜਿਹੀਆਂ ਵੱਡੀਆਂ ਖਬਰਾਂ ਜ਼ਰੂਰ ਰਹੀਆਂ ਨੇ, ਚਾਹੇ ਉਹ ਸਿਆਸਤ ਨਾਲ ਜੁੜੀਆਂ ਹੋਈਆਂ ਹੋਣ, ਚਾਹੇ ਉਹ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਹੋਣ ਜਾਂ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਜੁੜੀਆਂ ਹੋਣ। ਉਹਨਾਂ ਖਬਰਾਂ ਕਰਕੇ ਹਫ਼ਤਾ ਪੂਰਾ ਸਰਗਰਮ ਰਿਹਾ। ਅੱਜ ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਸੋ ਇਹਨਾਂ ਸਾਰੀਆਂ ਖਬਰਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ ਰੀਨਾ ਜੀਓ ਜੀ। ਢਿੱਲੋਂ ਜੀ, ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲਾ ਹਫ਼ਤਾ ਕਾਫੀ ਸਰਗਰਮ ਰਿਹਾ। ਸੋ ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਦੌਰਾਨ ਵੱਡੀ ਖਬਰ ਦੇ ਨਾਲ ਗੱਲਬਾਤ ਸ਼ੁਰੂ ਕਰਾਂਗੇ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਨਵੇਂ ਢਾਂਚੇ ਸੰਬੰਧੀ ਜਾਣਕਾਰੀ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਸੰਘਰਸ਼ ਆ ਉਹ 12 ਤੋਂ ਕਰਨ ਦਾ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਜਿਹੜਾ ਕਾਫੀ ਚਰਚਾ 'ਚ ਹੈ, 15 ਦੇ ਵਿੱਚ ਬੇਅਦਬੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਹੁਤ ਹਾਸ਼ੀਏ ਤੇ ਧੱਕਿਆ ਗਿਆ ਤੇ 15 ਸੀਟਾਂ ਤੱਕ ਸਿਮਟ ਗਿਆ। 2022 ਆਈ
ਇੰਜ ਲੱਗਦਾ ਸੀ ਕਿ ਇਹਨਾਂ ਨੂੰ ਮਾੜਾ ਮੋਟਾ ਫਰਕ ਪਵੇਗਾ, ਕਿਉਂਕਿ 17 ਤੋਂ ਲੈ ਕੇ 22 ਤੱਕ ਸਰਕਾਰ ਚਲਾਈ ਕਾਂਗਰਸ ਨੇ। ਕੋਈ ਵੀ ਸਰਕਾਰ ਚੱਲੇ ਉਹਦੀ ਵਿਰੋਧੀ ਲਹਿਰ ਪੈਦਾ ਹੋ ਜਾਂਦੀ ਹੈ, ਜਿਹਨੂੰ ਅੰਗਰੇਜ਼ੀ ਦੇ ਵਿੱਚ ਐਂਟੀ ਇਨਕੰਬੈਂਸੀ ਕਹਿੰਦੇ ਆਪਾਂ। ਉਹ ਕਾਂਗਰਸ ਦੀ ਪੈਦਾ ਹੋਣੀ ਚਾਹੀਦੀ ਸੀ। ਕਾਂਗਰਸ ਵਾਲੇ 18 ਜਮਾ 19 ਸੀਟਾਂ ਲੈ ਗਏ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ ਤੇ ਸਿਰਫ 3 ਸੀਟਾਂ ਤੇ ਸਿਮਟ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਕਮੇਟੀ ਬਣਾਈ 13 ਮੈਂਬਰੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਦੇ ਵਿੱਚ। ਝੁੰਦਾ ਸਾਹਿਬ ਕਹਿੰਦੇ ਵੀ ਮੈਂ 100 ਹਲਕਿਆਂ 'ਚ ਗਏ, ਅਸੀਂ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਪਤਾ ਨਹੀਂ 40 ਨੂੰ 31 ਦਿੱਤਾ ਪ੍ਰੋਗਰਾਮ, 48 ਨੂੰ 31 ਦਿੱਤਾ ਜ਼ਰੂਰ ਆ ਕੇ ਇੱਕ ਰਿਪੋਰਟ। ਪਹਿਲਾਂ ਤਾਂ ਵਿੱਚੇ ਦੱਬ ਲਈ, ਕਹਿੰਦੇ ਜੀ ਸੰਗਰੂਰ ਦੇ ਅਸਰ ਨਾ ਪੈ ਜਾਵੇ ਕਿਤੇ ਉਪਚੋਣ ਤੇ, ਕਿਤੇ ਸਾਨੂੰ ਨੁਕਸਾਨ ਹੀ ਨਾ ਹੋ ਜੇ ਉਹਦੇ ਨਾਲ। ਪਤਾ ਨਹੀਂ ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਜਿਹੜੀ ਭਾਰਤੀ ਜਨਤਾ ਪਾਰਟੀ ਪੈਰ ਧਰਾਵਾ ਧਰਦੀ ਫਿਰਦੀ ਸੀ, ਉਹ ਇਹਨਾਂ ਨਾਲੋਂ ਵੱਧ ਵੋਟਾਂ ਲੈ ਗਏ ਜੀ। ਉਹ 65,000 ਦੇ ਲਗਭਗ ਰਹਿ ਗਏ, 20,000 ਵੋਟ ਵੱਧ ਲੈ ਗਏ ਇਹਨਾਂ ਤੋਂ। ਇਹਨਾਂ ਦੇ ਪੱਲੇ ਪਈਆਂ 45,000 44,425 45,000 ਦੇ ਲਗਭਗ। ਇਹਨਾਂ ਦੀ ਭਾਈਵਾਲੀ ਸੀ ਬਹੁਜਨ ਸਮਾਜ ਪਾਰਟੀ ਨਾਲ। ਇਹ ਤਾਂ ਹੈ ਨਹੀਂ ਕਿ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਵੋਟ ਹੀ ਨਹੀਂ ਪਾਈ। ਉਹਨਾਂ ਦੇ ਜਿਹੜੇ ਆਗੂ ਨੇ ਉਹ ਇਸ ਗੱਲ ਦਾ ਦਾਅਵਾ ਕਰਦੇ ਨੇ, ਉਹਨਾਂ ਦੇ ਸੂਬਾ ਪ੍ਰਧਾਨ ਤਾਂ ਸੁਰਜੀਤ ਸੰਘੜੀ ਸਾਹਿਬ ਨੇ ਜੀ, ਉਹ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ 10,000 ਦੇ ਲਗਭਗ ਤਾਂ ਵੋਟ ਸਾਡੀ ਪਈ ਹੈ। ਇਹਦਾ ਮਤਲਬ ਇਹਨਾਂ ਦੇ ਪੱਲੇ ਦਾ ਫਿਰ 34,000 ਰਹਿ ਗਈ। 9 ਚੌਕਾ 36, 4,000 ਵੀ ਪੂਰੀ ਨਾ ਆਈ 9 ਹਲਕਿਆਂ 'ਚ। ਫਿਰ ਕੋਰ ਕਮੇਟੀ ਦੀ ਮੀਟਿੰਗ ਹੋਈ, ਕਈਆਂ ਨੇ ਉੱਥੇ ਵਿਰੋਧੀ ਆਵਾਜ਼ਾਂ ਉਠਾਈਆਂ। ਰਾਸ਼ਟਰਪਤੀ ਦੀ ਚੋਣ ਆ ਗਈ, JP ਨੱਡਾ ਨੇ ਫੋਨ ਕਰਤਾ, ਜਿਵੇਂ ਪੰਜਾਬੀ ਦੀ ਕਹਾਵਤ ਆ, ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਇਹਨਾਂ ਨੂੰ ਤਾਂ ਚੌ ਚੜ੍ਹ ਗਿਆ। ਉਹਨਾਂ ਚੌ ਤਾਂ ਲਵ ਮੈਰਿਜ ਕਰਾਉਣ ਵਾਲੇ ਜੋੜੇ ਨੂੰ ਨਹੀਂ ਹੁੰਦਾ ਜਿੰਨਾ ਇਹਨਾਂ ਨੂੰ ਚੜ੍ਹ ਗਿਆ। ਤੇ ਬਿਨਾਂ ਸ਼ਰਤ ਜਾ ਪਹੁੰਚੇ ਹਮਾਇਤ ਕਰਨ ਵਾਸਤੇ। ਇਸ ਦੇ ਵਿੱਚ ਫਿਰ ਇਹਨਾਂ ਦਾ ਇੱਕ ਆਗੂ ਹੈ ਮਨਪ੍ਰੀਤ ਸਿੰਘ ਇਆਲੀ, ਜਿਹੜਾ ਮੁੱਲਾਪੁਰ ਦਾਖੇ ਤੋਂ ਚੋਣ ਲੜਦੇ ਆ। ਉਹਨਾਂ ਨੇ ਕਹਿਤਾ ਕਿ ਇਹ ਕੀ ਕਿਤੇ ਤੁਸੀਂ, ਮੈਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਪਾਰਟੀ ਦਾ ਮੁਖੀ ਹਾਂ, ਨਾ ਕਿਸੇ ਨਾਲ ਗੱਲ ਨਾ ਕਿਸੇ ਨਾਲ ਬਾਤ। ਤੇ ਉਸ ਤੋਂ ਬਾਅਦ ਵਿਰੋਧੀ ਤਰ੍ਹਾਂ ਉੱਠ ਕੇ ਜਗਮੀਤ ਸਬਰਾਰ ਵੀ ਬੋਲ ਪਏ। ਉਹ ਕਹਿੰਦੇ ਇਕੱਲੇ ਬਾਦਲ ਦਲ ਦੇ ਗੋਗੇ ਨਾ ਗਾਓ। ਫਿਰ ਗੱਲ ਚੱਲੀ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ, ਉਹ ਰਿਪੋਰਟ ਹੀ ਨਹੀਂ ਜਨਤਕ ਕੀਤੀ। ਤੇ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਨਵਾਂ ਫਾਰਮੂਲਾ ਉਹ ਲੀਕ ਲਿਆ, ਇੱਕ ਪਰਿਵਾਰ ਨੂੰ ਇੱਕ ਟਿਕਟ ਦੇਵਾਂਗੇ। ਜ਼ਿਲ੍ਹਾ ਪ੍ਰਧਾਨ ਜੇ ਅਹੁਦਾ ਲੈਣਗੇ ਉਹਨਾਂ ਨੂੰ ਪ੍ਰਧਾਨਗੀ ਛੱਡਣੀ ਪਊਗੀ। ਜ਼ਿਲ੍ਹਾ ਪ੍ਰਧਾਨਾਂ ਤੇ ਵੀ ਲਾਗੂ ਹੁੰਦਾ, MLA ਤੇ ਵੀ ਲਾਗੂ ਹੁੰਦਾ, ਦੂਜਿਆਂ ਤੇ ਵੀ ਲਾਗੂ ਹੁੰਦਾ, ਪਰ ਅਕਾਲੀ ਦਲ ਦੇ ਪ੍ਰਧਾਨ ਤੇ ਲਾਗੂ ਨਹੀਂ ਹੁੰਦਾ ਇਹ ਫਾਰਮੂਲਾ। 2008 ਤੋਂ ਲੈ ਕੇ ਇਹ ਪ੍ਰਧਾਨ ਬਣਿਆ ਹੋਇਆ, 14 ਹੋ ਗਏ ਸਾਲ ਹੋ ਗਏ, ਤੇ ਨਵਾਂ ਫਾਰਮੂਲਾ ਕੀ ਕੱਢ ਲਿਆਂਦਾ? ਅਕਾਲੀ ਦਲ ਦਾ ਪ੍ਰਧਾਨ 5 ਸਾਲ ਵਾਸਤੇ ਹੋਵੇਗਾ ਤੇ 2 ਟਰਮਾਂ ਲਗਾਤਾਰ। ਇਹ ਨਵੇਂ ਫਾਰਮੂਲੇ ਦੇ ਵਿੱਚ 12 ਸਾਲ ਤਾਂ ਆਪਦੇ ਕੱਢ ਲਿਆਂਦੇ। ਜਿੰਨੇ ਵੱਡੇ ਨੇ, ਉਹ ਭੁੰਦੜ ਸਾਹਿਬ ਹੋਣ, ਮਲੂਕਾ ਸਾਹਿਬ ਹੋਣ, ਚੰਦੂ ਮਾਜਰਾ ਹੋਵੇ, ਕੋਈ ਵੀ ਹੋਣ, ਉਹ ਲੋਕ ਸਭਾ ਵੇਲੇ ਵੀ ਇੱਕ ਟਿਕਟ ਤੇ ਵਿਧਾਨ ਸਭਾ ਵੇਲੇ ਵੀ ਇੱਕ ਟਿਕਟ। 3 ਨਵੰਬਰ ਤੱਕ ਕਹਿੰਦੇ ਅਸੀਂ ਸਾਰਾ ਢਾਂਚਾ, ਪਹਿਲਾਂ ਕਹਿੰਦੇ ਭੰਗ ਕਰਤਾ। ਜਦੋਂ ਦੇਖਿਆ ਵੀ ਇਹ ਕਰ ਨਹੀਂ ਸਕਦਾ, ਇਹਨਾਂ ਦੇ ਜਿਹੜੇ 2 ਸੰਵਿਧਾਨ ਆ, ਇੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਵੇਲੇ ਦਾ, ਇੱਕ ਪਹਿਲਾਂ ਦਾ, ਉਹਦੇ ਵਿੱਚ ਤਾਂ ਲਿਖਿਆ ਹੋਇਆ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਡੈਲੀਗੇਟ ਕਰਨਗੇ। 2 ਸਾਲ ਉਹਦਾ ਵੱਧ ਤੋਂ ਵੱਧ ਸਮਾਂ ਹੋਵੇਗਾ। ਜੇ 2 ਸਾਲ ਦੀ ਗੱਲ ਸਹੀ ਮੰਨ ਲਈ ਜਾਵੇ ਤਾਂ 14 ਸਾਲ ਹੋ ਗਏ, 7 ਟਰਮਾਂ ਤਾਂ ਇਹੀ ਕਰ ਗਿਆ।
ਤੇ 5 ਦੂਣੀ 10 5 ਟਰਮਾਂ ਦਾ ਹੋਰ ਲੱਭ ਲੈਂਦਾ ਫਾਰਮੂਲਾ। ਕੀ ਇਹਨਾਂ ਦਾ ਇਹ ਫਾਰਮੂਲਾ ਪੰਜਾਬ ਦੇ ਲੋਕ ਅਪਣਾਉਣਗੇ, ਇਹਨੂੰ ਪਸੰਦ ਕਰਨਗੇ? ਇਹ ਸੋਚਣ ਵਾਲੀ ਗੱਲ ਹੈ ਜੀ। ਤੇ ਦੂਜੀ ਤੁਸੀਂ ਗੱਲ ਕੀਤੀ ਹੈ ਵੇਲੇ ਦੇ ਰਾਹ ਕਵੇਲੇ ਦੀਆਂ ਟੱਕਰਾਂ। ਜਦੋਂ ਆਪਣੀ ਸਰਕਾਰ ਰਹੀ ਕੇਂਦਰ 'ਚ ਭਾਈਵਾਲ ਸੀ, 2019 ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਕਹਿ ਕੇ ਗਏ ਸੀ ਕਿ ਅਸੀਂ ਬੰਦੀ ਸਿੰਘ ਛੱਡਾਂਗੇ, ਉਦੋਂ ਤਾਂ ਕੁਝ ਕੀਤਾ ਨਾ। ਬਾਪੂ ਸੂਰਤ ਸਿੰਘ ਖਾਲਸਾ ਤੇ ਭਾਈ ਗੁਰਬਖਸ਼ ਸਿੰਘ, ਇਹਨਾਂ ਦੀ ਸਰਕਾਰ ਵੇਲੇ ਬੰਦੀ ਸਿੰਘਾਂ ਨੂੰ ਲੈ ਕੇ ਧਰਨੇ ਦਿੰਦੇ ਰਹੇ, ਭੁੱਖ ਹੜਤਾਲਾਂ ਤੇ ਬੈਠੇ ਰਹੇ। ਉਦੋਂ ਨਹੀਂ ਇਹਨਾਂ ਦੇ ਯਾਦ ਆਇਆ ਜਦੋਂ ਮੰਤਰੀ ਮੰਡਲ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਬਹਿੰਦੇ ਸੀ। ਜੀ। ਹੁਣ ਪੁਰਾਣੇ ਜ਼ਮਾਨੇ ਵਿੱਚ ਵੀ ਯਾਦ ਆ ਕਿ ਜਦੋਂ ਇਹ ਸਰਕਾਰ ਤੋਂ ਬਾਹਰ ਹੋ ਜਾਂਦੇ ਆ, ਫਿਰ ਇਹ ਚੰਡੀਗੜ੍ਹ ਵੀ ਯਾਦ ਕਰ ਲੈਂਦੇ ਆ, ਪੰਜਾਬੀ ਬੋਲਦੇ ਇਲਾਕੇ ਵੀ ਆ ਜਾਂਦੇ ਆ, ਪਾਣੀਆਂ ਦੀ ਗੱਲ ਵੀ ਹੋ ਜਾਂਦੀ ਹੈ, ਤੇ ਜਦੋਂ ਸੱਤਾ 'ਚ ਬਹਿ ਜਾਂਦੇ ਆ ਸਾਰਾ ਕੁਝ ਠੰਡੇ ਬਸਤੇ 'ਚ ਪਾ ਦਿੰਦੇ ਆ। ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਾਉਣ ਦੀ ਗੱਲ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਕੀਤੀ ਸੀ, ਵੱਧ ਅਧਿਕਾਰਾਂ ਦੀ। ਉਹਦਾ ਭੋਗ ਉਸ ਵੇਲੇ ਪਾਤਾ ਜਦੋਂ ਧਾਰਾ 370 ਦੇ ਮਾਮਲੇ ਦੇ ਵਿੱਚ ਇਹ ਭਾਜਪਾ ਦੇ ਨਾਲ ਖੜੇ, ਉਹਦੇ ਹੱਕ 'ਚ ਗਏ। ਰਾਜਾਂ ਨੂੰ ਵੱਧ ਅਧਿਕਾਰ, ਅੱਜ ਇਹ ਕਰ ਨਹੀਂ ਸਕਦੇ ਗੱਲ। ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਇਜਲਾਸ ਸੀਗਾ। ਉਹਦੇ ਵਿੱਚ ਚਲੋ ਮੰਨਿਆ ਮਿੱਠੂ ਸਿੰਘ ਕਾਨੇਕੇ, ਗੁਰਪ੍ਰੀਤ ਸਿੰਘ ਰੰਧਾਵਾ ਫਤਿਹਗੜ੍ਹ ਸਾਹਿਬ ਵਾਲੇ, ਇਹ ਤਾਂ ਵਿਰੋਧੀ ਧਿਰ 'ਚ ਨੇ। ਇੱਕ ਹੋਰ ਮੈਂਬਰ ਭਰੇ ਇਜਲਾਸ 'ਚ ਕਹਿੰਦੇ ਕਿ ਕਿਧਰੇ ਆਪਾਂ ਇੱਕ ਪਰਿਵਾਰ ਨੂੰ ਤਾਂ ਨਹੀਂ ਪੰਥ ਮੰਨ ਬੈਠੇ। ਇਹ ਗੱਲ ਕਰਦੇ ਨਹੀਂ। ਉੱਥੇ ਘੁਸਰ ਮੁਸਰ ਸ਼ੁਰੂ ਹੋ ਗਈ ਤੇ ਜਿੰਨੇ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਨੇ ਨਾਲ ਤੋਰੇ ਵੇ ਹੈ, ਲੋਕ ਦੰਦ ਪੀਂਦੇ ਆ ਉਹਨਾਂ ਤੇ ਕਿ ਬਹੁ ਗਿਣਤੀ ਉਹਨਾਂ 'ਚੋਂ ਉਹ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਮਰਗਾਂ ਹੋਈਆਂ ਨੇ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਕਹਿੰਦੇ ਹੁੰਦੇ ਸੀ, ਔਰ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਹੋਰ ਪਤਾ ਨਹੀਂ ਕਿੰਨੇ ਕੁ ਸਵਾਲ ਖੜੇ ਕੀਤੇ ਜਾ ਸਕਦੇ ਆ, ਪਰ ਕਦੇ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦਾ 1 ਰੁਪਏ ਦਾ ਦਾਗ ਨਹੀਂ। ਉਸ ਇਨਸਾਨ ਨੇ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕੀਤੀ। ਅੱਜ ਵੀ ਟੌੜੇ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਮਕਾਨ ਹੈ, ਉਹੀ ਜੱਦੀ ਮਕਾਨ ਜਿਹੜਾ ਟਾਈਲਾਂ ਤੇ ਵਾਲਿਆਂ ਤੇ ਪਿਆ ਹੋਇਆ ਹੈ। ਉਹਨਾਂ ਨੇ ਬੱਸਾਂ ਨਹੀਂ ਬਣਾਈਆਂ, ਉਹਨਾਂ ਨੇ ਕੇਬਲ ਤੇ ਕਬਜ਼ਾ ਨਹੀਂ ਕੀਤਾ, ਉਹਨਾਂ ਨੇ ਜਿਹੜੇ ਹੋਰ ਕਾਰੋਬਾਰ 7-17 ਹੋਟਲ ਜੇ ਨਹੀਂ ਬਣਾਏ। ਉਹ ਇਹ ਸਿਧਾਂਤ ਕਹਿੰਦੇ ਹੁੰਦੇ ਸੀ ਕਿ ਸਿੱਖ ਦਾ ਸਿਧਾਂਤ ਹੈ, ਮੈਂ ਉਜੜਾ ਪੰਥ ਬਸੇ, ਤੇ ਅੱਜ ਵਾਲਿਆਂ ਦਾ ਹੈ ਕਿ ਪੰਥ ਉਜੜੇ ਮੈਂ ਬਸਾ। ਜਿਹੜੇ ਉਹ ਮੈਂਬਰ ਨੇ ਕੱਲ ਗੱਲ ਕਰਤੀ ਕਿ ਅਸੀਂ ਕਿਸੇ ਇੱਕ ਪਰਿਵਾਰ ਨੂੰ ਤਾਂ ਨਹੀਂ ਮੰਗ ਸਕੇ, ਜਿਵੇਂ ਬੱਬੂ ਮਾਨ ਦਾ ਇੱਕ ਗੀਤ ਹੈ, ਇੱਕ ਬਾਬਾ ਨਾਨਕ ਸੀ ਜਿਹਨੇ ਫਿਰ ਕੇ ਦੁਨੀਆ ਗਾਹਤੀ, ਇੱਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ, ਉਹਦੇ ਵਿੱਚ ਇੱਕ ਸ਼ਬਦ ਵਰਤਿਆ, ਇਹਨਾਂ ਅਨਪੜ੍ਹ ਬੀਬੀਆਂ ਨੇ ਬੰਦੇ ਗੱਲ ਰੱਬ ਦੀ ਤਖਤੀ ਪਾਤੀ। ਇਹ ਬਹੁਤ ਵੱਡੀਆਂ। ਹੁਣ 12 ਤਰੀਕ ਤੋਂ ਇਹਨਾਂ ਨੇ ਕਾਲੇ ਕੱਪੜੇ ਪਾ ਕੇ ਡਿਪਟੀ ਕਮਿਸ਼ਨਰਾਂ ਨੂੰ ਕਹਿੰਦੇ ਮੰਗ ਪੱਤਰ ਦੇਣੇ ਨੇ, ਹੋਰ ਸੰਘਰਸ਼ ਤੇਜ਼ ਕਰਾਂਗੇ। ਪਰ ਇਹ ਸੰਸਥਾਵਾਂ ਦਾ ਇਹ ਹਾਲ ਕਿਉਂ ਹੋਇਆ? ਅਸੀਂ ਜਥੇਦਾਰ ਸਾਹਿਬ ਸਾਡੇ ਸਿੱਖ ਧਰਮ ਦੇ ਵਿੱਚ ਸਰਵਉੱਚ ਨੇ, ਉਹਨਾਂ ਦੀ ਪਦਵੀ ਨੂੰ ਹਾਸੋਹੀਣਾ ਬਣਾ ਕੇ ਰੱਖਤਾ। ਅਜੇ ਤੱਕ ਉਹ 2 ਤਖ਼ਤਾਂ ਦੇ ਕਾਰਜਕਾਰੀ ਜਥੇਦਾਰੀ ਚੱਲੀ ਜਾਂਦੇ ਨੇ। ਤੇ ਜੇ ਉਹਨਾਂ ਨੇ ਕਹਿਤਾ ਕਿ ਛੱਡੋ, ਨਵਾਂ ਸੈਟੇਲਾਈਟ ਅਤੇ YouTube ਚੈਨਲ ਖੋਲ੍ਹੋ, ਇਹ ਮਈ ਦੀ ਗੱਲ ਕਹੀ ਹੋਈ ਆ, ਸਤੰਬਰ ਆ ਗਿਆ, 4 ਮਹੀਨੇ ਹੋ ਗਏ ਨੇ। ਉਹਦੇ ਬਾਰੇ ਧਾਮੀ ਸਾਹਿਬ ਸਪਸ਼ਟ ਕਰਨ ਕਿ ਇਹ ਕਿਉਂ ਨਹੀਂ। ਇਹ ਚੀਜ਼ ਰੰਧਾਵਾ ਸਾਹਿਬ ਹੋਰੀ, ਮਿੱਠੂ ਸਿੰਘ ਕਾਨੇਕੇ, ਇਹਨਾਂ ਸਾਰਿਆਂ ਨੇ ਉਹ ਇਜਲਾਸ ਦੇ ਬਰਾਬਰ ਪੁੱਛਿਆ। ਤੇ ਬਹੁਤ ਅੱਜ ਕੱਲ੍ਹ ਇਹ ਚਰਚਾਵਾਂ ਵੀ ਨੇ ਕਿ ਅਖਬਾਰਾਂ ਵਿੱਚੋਂ ਖਬਰਾਂ ਵੀ ਮੈਨੇਜ ਕਰ ਲਈਆਂ ਜਾਂਦੀਆਂ ਨੇ, ਜਾਂ ਅਖਬਾਰਾਂ ਨੇ ਇੱਕ ਨਵਾਂ ਫਾਰਮੂਲਾ ਕੱਢ ਲਿਆ, ਜਿਹਨੂੰ ਬਹੁਤਾ ਚਮਕਾਉਣਾ ਨਾ ਹੋਵੇ ਉਹਨੂੰ ਲੋਕਲ ਸਫੇ ਤੇ ਲਾ ਦਿਓ। ਜੀ ਜੀ। ਖੇਡਾਂ ਵਤਨ ਪੰਜਾਬ ਦੀ ਜਿਹੜੀ ਸ਼ੁਰੂਆਤ ਆ ਉਹ ਜਲੰਧਰ ਤੋਂ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਖੇਡਾਂ ਦੇ ਵਿੱਚ ਉਹਨਾਂ ਦੇ ਵੱਲੋਂ ਵਾਲੀਬਾਲ ਦਾ ਮੈਚ ਉਹ ਖੇਡਿਆ ਗਿਆ ਸੀ। ਉਹ ਇੱਕ ਪ੍ਰਦਰਸ਼ਨੀ ਮੈਚ ਸੀ ਜਲੰਧਰ ਦੇ ਵਿੱਚ। 29 ਤਰੀਕ ਨੂੰ ਇਸ ਖੇਡਾਂ ਵਤਨ ਪੰਜਾਬ ਦੀਆਂ ਦਾ ਆਗਾਜ਼ ਹੋਇਆ।
ਆਗਾਜ਼ ਬਹੁਤ ਅੱਛਾ, ਬਹੁਤ ਚੰਗਾ ਸ਼ੁਰੂਆਤ ਕੀਤੀ ਹੈ। 29 ਅਗਸਤ ਇਸ ਕਰਕੇ ਕੀਤਾ ਗਿਆ ਕਿ ਖਾਕੀ ਦੇ ਜਾਦੂਗਰ ਸ਼੍ਰੀ ਮੇਜਰ ਧਿਆਨ ਚੰਦ ਦਾ ਉਹ ਜਨਮ ਦਿਨ ਹੈ। ਉਸ ਤਰ੍ਹਾਂ ਦੀਆਂ ਰਾਜਸਥਾਨ ਦੇ ਵਿੱਚ ਵੀ ਹੋਈਆਂ, ਜਿਨ੍ਹਾਂ ਨੇ ਕਿਹਾ ਕਿ ਜਿਹੜੀ ਜੇਤੂ ਟੀਮ ਹੋਊਗੀ ਉਹਨੂੰ ਅਸੀਂ ਇੱਕ ਮਿਨੀ ਸਟੇਡੀਅਮ ਉਸਾਰ ਕੇ ਦੇਵਾਂਗੇ ਉਸ ਪਿੰਡ ਦੇ ਵਿੱਚ। ਤੇ ਸਾਡੇ ਇੱਥੇ ਭਗਵੰਤ ਮਾਨ ਸਾਹਿਬ ਨੇ ਪ੍ਰਦਰਸ਼ਨੀ ਮੈਚ ਖੇਡਿਆ। ਇਹਦੇ ਵਿੱਚ ਕਹਿੰਦੇ ਜਿਹੜੇ 1 ਤੋਂ ਲੈ ਕੇ 7 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਜੋ ਸ਼ੁਰੂ ਹੋ ਚੁੱਕੇ ਨੇ, ਚੱਲ ਰਹੇ ਨੇ। 12 ਤੋਂ 22 ਤੱਕ ਜ਼ਿਲ੍ਹਾ ਪੱਧਰੀ, ਤੇ ਫਿਰ 10 ਤੋਂ ਲੈ ਕੇ 21 ਅਕਤੂਬਰ ਤੱਕ ਜਿਹੜਾ ਸੂਬਾ ਪੱਧਰੀ ਮੁਕਾਬਲੇ ਕੀਤੇ ਜਾਣਗੇ। ਭਾਵ ਇਹਨਾਂ ਦਾ ਸਮਾਪਨ 21 ਅਕਤੂਬਰ ਨੂੰ ਹੋਵੇਗਾ। ਉਹਦੇ ਬਾਰੇ ਅਜੇ ਸਰਕਾਰ ਨੇ ਦੱਸਿਆ ਨਹੀਂ ਕਿ ਇਹ ਹੋਵੇਗਾ ਕਿਹੜੇ ਸ਼ਹਿਰ ਦੇ ਵਿੱਚ। ਜੀ, ਭਾਜਪਾ ਨੇ 2024 ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ 9 ਲੋਕ ਸਭਾ ਹਲਕਿਆਂ ਦੀ ਚੋਣ ਕੀਤੀ ਹੈ। 3 ਮੰਤਰੀਆਂ ਦੀ ਇਸ ਦੇ ਵਾਸਤੇ ਡਿਊਟੀ ਵੀ ਲਗਾ ਦਿੱਤੀ ਗਈ ਹੈ। ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹਦੇ ਵਿੱਚ ਮੰਤਰੀ ਕੌਣ ਨੇ? ਇੱਕ ਤਾਂ ਗਜਿੰਦਰ ਸ਼ੇਖਾਵਤ ਜਿਹੜੇ ਕੇਂਦਰੀ ਜਲ ਸਰੋਤ ਮੰਤਰੀ ਨੇ ਔਰ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵੀ ਨੇ, ਮੁਖੀ ਨੇ। ਉਹਨਾਂ ਦੇ ਕੋਲੇ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ, ਇਹ 3 ਸੀਟਾਂ ਨੇ। ਆਨੰਦਪੁਰ ਸਾਹਿਬ ਇਹ ਉਹੀ ਸੀਟ ਹੈ ਜਿਹੜੀ ਪਹਿਲਾਂ ਕਿਸੇ ਵੇਲੇ ਰੋਪੜ ਹੋਇਆ ਕਰਦੀ ਸੀ, ਤੇ ਰੋਪੜ ਉਹਦੇ ਵਿੱਚ ਨਹੀਂ ਸੀ ਹੁੰਦਾ, ਰੋਪੜ ਹੁਸ਼ਿਆਰਪੁਰ 'ਚ ਹੁੰਦਾ ਸੀ। ਧੂਰੀ ਤੋਂ ਸ਼ੁਰੂ ਹੁੰਦੀ ਸੀ, ਧੂਰੀ, ਨਾਭਾ, ਫਤਿਹਗੜ੍ਹ ਸਾਹਿਬ, ਸਰਹੰਦ, ਗੋਬਿੰਦਗੜ੍ਹ, ਚਮਕੌਰ ਸਾਹਿਬ, ਮੋਹਾਲੀ, ਇਹ ਸਾਰੇ ਹਲਕੇ ਉਹਦੇ ਵਿੱਚ ਹੁੰਦੇ ਸੀ। ਦੂਜਾ ਨੇ ਮਨਸੁਖ ਮਾਂਡਵੀਆ। ਮਨਸੁਖ ਮਾਂਡਵੀਆ ਸਾਹਿਬ ਜਿਹੜੇ ਨੇ ਇਹ ਸਿਹਤ ਰਾਜ ਮੰਤਰੀ ਨੇ। ਇਹਨਾਂ ਕੋਲੇ ਪਟਿਆਲਾ, ਸੰਗਰੂਰ ਤੇ ਗੁਰਦਾਸਪੁਰ ਹੈ। ਤੀਜੇ ਨੇ ਅਰਜਨ ਰਾਮ ਮੇਘਵਾਲ। ਇਹਨਾਂ ਕੋਲ ਹੈ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ। ਇਹਦਾ ਮਤਲਬ ਇਹ ਹੋਇਆ ਕਿ ਖਡੂਰ ਸਾਹਿਬ, ਮੇਰਾ ਖਿਆਲ ਉਹਨੂੰ ਅੱਜ ਕੱਲ੍ਹ ਤਰਨਤਾਰਨ ਦਾ ਨਾਂ ਦੇ ਦਿੱਤਾ ਹੈ। ਦੂਜਾ ਫਿਰੋਜ਼ਪੁਰ ਤੇ ਫਰੀਦਕੋਟ, ਇਹ ਉਹਨਾਂ ਕੋਲ ਹਲਕੇ ਦਿੱਤੇ ਨੇ। ਫਿਰੋਜ਼ਪੁਰ, ਫਰੀਦਕੋਟ ਤੇ ਤੀਜਾ ਖਡੂਰ ਸਾਹਿਬ। ਮੇਰਾ ਖਿਆਲ ਇਹ ਅਜੇ ਕਿਸੇ ਕੋਲ ਨਹੀਂ। 9 ਵਿਧਾਨ ਸਭਾ ਟੋਟਲ ਸਾਡੇ 14 ਨੇ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੇ 9 ਨੇ 81, ਤਕਰੀਬਨ 78 ਇੱਕ ਵਿਧਾਨ ਸਭਾ ਦੇ ਜਿਹੜੇ ਹਲਕੇ ਨੇ, 81, 9 ਨੇ 81, 9 ਹੋ ਗਏ ਇੱਕ ਦੇ ਵਿੱਚ ਵਿਧਾਨ ਸਭਾ ਹਲਕੇ। ਉਹਨਾਂ ਦੇ ਵਿੱਚੋਂ ਵੀ 2-3 ਕੱਟ ਕੇ 78 ਤੇ ਸ਼ਾਇਦ ਉਹਨਾਂ ਨੇ ਆਪਣਾ ਨਜ਼ਰ ਰੱਖੀ ਹੈ। 58% ਇੱਥੇ ਸਿੱਖ ਵੋਟਰ ਹੈ, ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਇੰਚਾਰਜ ਬਣਾਇਆ। ਤੇ ਅਗਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਫਿਰ ਹੋਰ ਵੱਧ ਉਹ ਮਿਹਨਤ ਕਰਨਗੇ। ਉਹਨਾਂ ਦਾ ਵਿਚਾਰ ਹੈ ਕਿ ਕਾਂਗਰਸ ਨੂੰ ਜਿਹੜੀ ਆ ਉਹ ਹਾਸ਼ੀਏ ਤੇ ਹੈ, ਤੇ ਆਮ ਆਦਮੀ ਪਾਰਟੀ ਨੂੰ ਹਾਸ਼ੀਏ ਤੇ ਧੱਕਣ ਵਾਸਤੇ ਉਹ ਕੰਮ ਕਰ ਰਹੇ ਨੇ। ਅਕਾਲੀਆਂ ਦਾ ਅਜੇ ਤੁਹਾਨੂੰ ਪਤਾ ਹੀ ਹੈ ਕਿ ਕੋਈ ਪੈਰ ਲੱਗਦੇ ਨਜ਼ਰ ਆ ਨਹੀਂ ਰਹੇ। ਇਹਨਾਂ ਨੇ ਬੜਾ ਯਤਨ ਕੀਤਾ ਸੀ ਕਿ ਸਾਡਾ ਹੱਥ ਫੜ ਲੈਣ, ਲੇਕਿਨ ਪਤਾ ਨਹੀਂ ਇਹ ਕਿਹੜਾ ਸਰੋਂ ਦਾ ਤੇਲ ਲਾ ਕੇ ਜਾਂ ਕੋਈ ਹੋਰ ਲਾ ਕੇ ਚਲੇ ਗਏ, ਉਹਨਾਂ ਨਾਲ ਹੱਥ ਮਿਲਾਇਆ ਨਹੀਂ ਗਿਆ। ਸੋ ਉਹਨਾਂ ਨੇ ਆਪਣੇ ਬੰਦੇ ਇੱਥੇ ਭੇਜੇ ਨੇ। ਉਮੀਦ ਹੈ ਕਿ ਉਹ ਭਾਜਪਾ ਦੇ ਵਿੱਚ ਹਾਲੇ ਅਕਾਲੀ ਹੋਣ, ਕਾਂਗਰਸੀ ਹੋਣ ਜਾਂ ਆਮ ਵਾਲੇ ਵੀ ਹੋਣ, ਇਹਨਾਂ ਤੇ ਨਜ਼ਰ ਟਿਕਾਈ ਬੈਠੇ ਨੇ। ਪ੍ਰਭਾਵਸ਼ਾਲੀ ਆਗੂਆਂ ਨੂੰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਸਕਦੇ ਆ। ਜੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੰਬੀ ਸਜ਼ਾ ਵਾਲੇ ਅਪਰਾਧਿਕ ਕੇਸਾਂ ਦੇ ਵਿੱਚ ਹੁਣ ਫੋਰੈਂਸਿਕ ਜਾਂਚ ਜ਼ਰੂਰੀ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੇ ਪਿੱਛੇ ਇੱਕ ਸਮਾਗਮ ਦੇ ਵਿੱਚ ਕਿਹਾ, ਲੰਬੀ ਜਿਹੜੀ ਸਜ਼ਾ ਵਾਲੇ ਨੇ, ਭਾਵ ਜਿਹੜੇ 6 ਸਾਲ ਤੋਂ ਉੱਪਰ ਵਾਲੇ ਨੇ, ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਹਰ ਹਾਲ ਦੇ ਵਿੱਚ ਜਿਹੜਾ ਫੋਰੈਂਸਿਕ ਜਾਂਚ ਹੈ ਇਹ ਕਰਾਈ ਜਾਇਆ ਕਰੇਗੀ। ਔਰ ਭਾਰਤ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਉੱਤੇ
ਫੋਰੈਂਸਿਕ ਦੀਆਂ ਪ੍ਰਯੋਗਸ਼ਾਲਾਵਾਂ ਪੈਦਾ ਕੀਤੀਆਂ ਜਾਣਗੀਆਂ ਤਾਂ ਜੋ ਉਹਨਾਂ ਕੇਸਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੀਆਂ ਜਾਂਚ ਰਿਪੋਰਟਾਂ ਕੀਤੀਆਂ ਜਾਣ। ਫਿਰ ਪਤਾ ਇਹ ਲੱਗੇਗਾ ਕਿ ਜਿਵੇਂ ਤੁਸੀਂ ਮਸਲਨ ਸਾਡੇ ਵੀ ਫੋਰੈਂਸਿਕ ਜਾਂਚ ਪ੍ਰਯੋਗਸ਼ਾਲਾ ਬਣੀ ਹੋਈ ਆ ਖਰੜ, ਪਹਿਲਾਂ ਪਟਿਆਲੇ ਸੀ। ਬਹੁਤ ਸਾਰੇ ਕੇਸਾਂ ਦੇ ਵਿੱਚ ਫੋਰੈਂਸਿਕ ਰਿਪੋਰਟ ਆਉਂਦੀ ਨਹੀਂ ਸੀ ਤੇ ਦੋਸ਼ੀਆਂ ਨੂੰ ਰਹਿਤਾਂ ਮਿਲ ਜਾਂਦੀਆਂ ਸੀ, ਉਹਨਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਸੀ। ਇੱਥੋਂ ਤੱਕ ਕਿ ਕਤਲਾਂ ਦੇ ਕੇਸਾਂ ਵਿੱਚ ਵੀ ਜ਼ਮਾਨਤਾਂ ਹੋ ਜਾਂਦੀਆਂ ਸੀ। ਉਹਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਰਿਪੋਰਟਾਂ ਦੇਰੀ ਕਰਾਉਣ ਵਾਸਤੇ ਕੀ ਸਿਸਟਮ ਚੱਲਦਾ ਸੀ। ਜੇ ਇਸ ਫੋਰੈਂਸਿਕ ਜਾਂਚ ਪ੍ਰਯੋਗਸ਼ਾਲਾਵਾਂ ਹਰੇਕ ਜ਼ਿਲ੍ਹੇ 'ਚ ਬਣ ਜਾਣਗੀਆਂ, ਉਹਨਾਂ ਕੋਲ ਕੰਮ ਦਾ ਭਾਰ ਘਟੇਗਾ ਤੇ ਰਿਪੋਰਟਾਂ ਸਮੇਂ ਸਿਰ ਦਿੱਤੀਆਂ ਜਾ ਸਕਦੀਆਂ ਨੇ। ਜਿਹੜਾ ਮਾਮਲਾ ਕਤਲ ਦਾ ਹੈ ਉਹਦੇ ਤੇ 90 ਦਿਨ ਚਾਹੀਦੇ ਹੈ ਦੋਸ਼ ਪੱਤਰ ਦਾਇਰ ਕਰਨ ਵਾਸਤੇ। ਜਿਨ੍ਹਾਂ ਤੇ ਕਤਲ ਦੀ ਧਾਰਾ ਨਹੀਂ ਲੱਗਦੀ ਉਹਨਾਂ ਵਾਸਤੇ 60 ਦਿਨ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੇ ਵਿੱਚ ਇਹ 180 ਦਿਨ ਹੈ, 6 ਮਹੀਨੇ ਹੈ। ਜੇ ਜਿੰਨੀਆਂ ਜ਼ਿਆਦਾ ਪ੍ਰਯੋਗਸ਼ਾਲਾਵਾਂ ਹੋਣਗੀਆਂ ਉਹਦੇ ਨਾਲ ਰਿਪੋਰਟਾਂ ਜਲਦੀ ਜਾਣਗੀਆਂ ਤੇ ਕਥਿਤ ਦੋਸ਼ੀਆਂ ਨੂੰ ਰਾਇਤ ਲੈਣ ਦਾ ਮੌਕਾ ਨਹੀਂ ਮਿਲੇਗਾ। ਜੀ, ਸ਼ਿਵ ਸੈਨਾ ਦਾ ਬਿਲਕਿਸ ਬਾਨੋ ਨੂੰ ਜੋ ਉਸਦੇ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਨਮਾਨ ਦਿੱਤਾ ਗਿਆ, ਉਹਨਾਂ ਦਾ ਕਹਿਣਾ ਹੈ ਕਿ ਹਿੰਦੂ ਸੰਸਕ੍ਰਿਤੀ ਦਾ ਇਹ ਹਿੱਸਾ ਨੇ, ਕਿਉਂਕਿ ਦੇਖਿਆ ਜਾਵੇ ਤਾਂ ਬਿਲਕਿਸ ਬਾਨੋ ਦਾ ਜਿਹੜਾ ਮਾਮਲਾ ਉਹ ਲਗਾਤਾਰ ਗਰਮਾਇਆ। ਜਿਹੜੇ ਉਹਨਾਂ ਦੇ ਦੋਸ਼ੀ ਸੀ ਉਹਨਾਂ ਨੂੰ ਜਿਹੜਾ ਕਿ ਰਿਹਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਸ ਮਾਮਲੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਨੇ। ਮਾਮਲਾ ਹੈਗਾ ਜੀ 2002 ਦਾ, ਜਦੋਂ ਗੋਧਰਾ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ ਸੀ, ਉੱਥੇ ਦੰਗੇ ਭੜਕੇ ਸੀ। ਇਹ ਬਿਲਕਿਸ ਬਾਨੋ ਦੇ ਤਕਰੀਬਨ ਦੋਸ਼ੀ ਜੇਲ੍ਹ ਦੇ ਵਿੱਚ ਸੀ। 15 ਨੂੰ ਨਾਮਜ਼ਦ ਕੀਤਾ ਗਿਆ ਸੀ। ਉਹਨਾਂ 'ਚੋਂ ਸ਼ਾਇਦ ਕੁਝ ਇਹ ਜਹਾਨ ਛੱਡ ਗਏ ਨੇ। ਆ ਪਿਛਲੀ ਦਿਨੀ ਇਹਨਾਂ ਨੂੰ ਛੱਡ ਦਿੱਤਾ ਗਿਆ 29 ਤਰੀਕ ਨੂੰ, ਭਾਵ 28 ਨੂੰ ਇਹ ਮਾਮਲਾ ਛੱਡਿਆ ਗਿਆ ਹੋਣਾ। 29 ਦੇ ਅਖਬਾਰਾਂ 'ਚ ਆਇਆ। ਉਹਦੇ 'ਚ ਜਿਹੜੇ ਸ਼ਿਵ ਸੈਨਾ ਆਗੂ ਨੇ ਸੰਜੇ ਰਾਊਤ ਤੇ ਹੋਰ, ਸ਼ਿਵ ਸੈਨਾ ਦਾ ਇੱਕ ਅਖਬਾਰ ਨਿਕਲਦਾ, ਇੱਕ ਪੱਤਰ ਨਿਕਲਦਾ ਜਿਹਦਾ ਨਾਮ ਆ ਸਾਹਮਣਾ। ਉਹਦੀ ਸੰਪਾਦਕੀ ਇਹਨਾਂ ਨੇ ਨਹੀਂ ਲਿਖੀ ਕਿਉਂਕਿ ਸੰਜੇ ਰਾਊਤ ਸਾਹਿਬ ਉਹਦੇ ਐਡੀਟਰ ਹੋ ਸਕਦੇ ਆ, ਸਗੋਂ ਕੜਕਨਾਥ ਮਵਈਕਾਰ ਇਹਨਾਂ ਨੇ ਲਿਖਿਆ। ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਵਾਲਿਓ ਦੱਸਿਓ, ਜੇ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਕੋਈ ਸਜ਼ਾ ਪਹਿਲਾਂ ਹੀ ਉਹਦੀ ਰਿਹਾ ਕਰ ਦਿੱਤੇ ਜਾਣ, ਕੀ ਹਿੰਦੂ ਸੰਸਕ੍ਰਿਤੀ ਦਾ ਹਿੱਸਾ ਕਿ ਉਹਨਾਂ ਨੂੰ ਸਟੇਜਾਂ ਤੇ ਲਿਆ ਲਾ ਕੇ ਸਨਮਾਨ ਕੀਤਾ ਜਾਵੇ ਤਾਂ ਕਿ ਉਹੋ ਜਿਹੇ ਕੰਮ ਹੋਰ ਵੀ ਕਰ ਲੈਣ। ਅਜੇ ਤੱਕ ਭਾਰਤੀ ਜਨਤਾ ਪਾਰਟੀ, ਉਹਨਾਂ ਦੀ ਸਿਰਮੌਰ ਮਾਂ ਜਥੇਬੰਦੀ RSS, ਕੋਈ ਹੋਰ ਹਿੰਦੂ ਸੰਗਠਨ ਇਹ ਸਵਾਲ ਦਾ ਜਵਾਬ ਦੇਣ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋਇਆ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਸਵਾਲ ਖੜਾ ਕੀਤਾ, ਕਈ ਵਾਰੀ ਰਾਜਸੀ ਲਾਹਾ ਲੈਣ ਵਾਸਤੇ ਇਹ ਰਾਜਸੀ ਲੋਕ ਸੰਵਿਧਾਨ ਵੀ ਭੁੱਲ ਜਾਂਦੇ ਨੇ ਤੇ ਕੁਝ ਸ਼ਕਤੀਆਂ ਇਹਨਾਂ ਨੇ ਆਪਣੇ ਹੱਥਾਂ ਵਿੱਚ ਲੈ ਰਹੀਆਂ ਨੇ। ਪੰਜਾਬ ਵਿੱਚ ਵੀ ਇੱਕ ਨੌਜਵਾਨ ਪਰਿਵਾਰ ਨਾਲ ਇਹ ਵਾਪਰਿਆ ਸੀ। ਉਹਨਾਂ ਦਾ ਨੌਜਵਾਨ ਉਦੋਂ 20-22 ਸਾਲਾਂ ਦਾ ਸੀ ਤੇ ਯੂਪੀ 'ਚ ਲਿਜਾ ਕੇ ਉਹਨੂੰ ਕਤਲ ਕਰ ਦਿੱਤਾ ਗਿਆ ਸੀ, ਮਾਰ ਦਿੱਤਾ ਗਿਆ ਸੀ ਝੂਠਾ ਮੁਕਾਬਲਾ ਦਿਖਾ ਕੇ। ਤੇ ਤਾਰੇ ਲਵਾਲੇ ਕਈਆਂ ਨੇ ਮੋਢਿਆਂ ਤੇ। ਆ ਜਿਹੜੇ ਜਿਨ੍ਹਾਂ ਨੇ ਪੰਜਾਬ 'ਚ ਰਾਜ ਕੀਤਾ ਹੈ, ਭਗਵੰਤ ਮਾਨ ਸਾਹਿਬ ਤਾਂ ਹੁਣ ਆਏ ਨੇ, ਇਦੋਂ ਪਹਿਲਾਂ ਵਾਲਿਆਂ ਨੇ ਇੱਕ ਨੇ ਦਸਤਖਤ ਕੀਤੇ ਫਾਈਲ ਤੇ ਦੂਜੇ ਦੇ ਰਾਜ ਦੇ ਵਿੱਚ ਛੱਡੇ ਗਏ। ਆ ਤੁਹਾਡੇ ਸਾਹਮਣੇ ਹੈ ਜਿਹੜਾ ਯੂਪੀ ਦਾ ਉਹ ਅੰਸਾਰੀ ਹੈ, ਰੋਪੜ ਦੀ ਜੇਲ੍ਹ ਦੇ ਵਿੱਚ ਕਿੰਨਾ ਚਿਰ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰਿਹਾ, ਉਹਦੇ ਬਾਰੇ ਕੋਈ ਰਾਜਸੀ ਆਗੂ ਬੋਲਣ ਨੂੰ ਤਿਆਰ ਨਹੀਂ। ਆਮ ਲੋਕਾਂ ਵਾਸਤੇ ਕਾਨੂੰਨ ਹੈ,
ਇਹਨਾਂ ਕਾਨੂੰਨ ਨੂੰ ਜੇਬ 'ਚ ਪਾ ਕੇ ਤੁਰੇ ਫਿਰਦੇ ਆ। ਮੁਖਤਾਰ ਅੰਸਾਰੀ ਆ ਜਿਹੜਾ, ਉਹਦੇ ਮਾਮਲੇ 'ਚ। ਜੀ ਜੀ, ਗੱਲ ਕਰਾਂਗੇ ਸੁਖਬੀਰ ਬਾਦਲ ਨੂੰ ਜੋ ਸੰਮਣ ਜਾਰੀ ਹੋਈ ਸੀ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ, ਜਿਸ ਤੋਂ ਬਾਅਦ ਮੁੜ ਸੁਖਬੀਰ ਬਾਦਲ ਨੂੰ ਇਹ ਸੰਮਣ ਜਾਰੀ ਕੀਤੇ ਗਏ। ਇਹ ਮਾਮਲਾ ਜਿਹੜਾ 30 ਅਗਸਤ ਵਾਸਤੇ ਜਾਰੀ ਹੋਇਆ ਸੀ, ਇਹ ਉਹ ਮਾਮਲਾ ਹੈ ਜਿਹੜੀ 14 ਤੇ 15 ਅਕਤੂਬਰ 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ। ਉਸ ਦੇ ਵਿੱਚ 2 ਵਿਅਕਤੀ ਸ਼ਹੀਦ ਹੋਏ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਅਜੇ ਵੀ ਮੋਰਚਾ ਲਾਮਬੰਦ ਕਰਕੇ ਬੈਠਾ। ਪਹਿਲੀ ਨੂੰ ਉੱਥੇ ਬਹੁਤ ਵੱਡੀ ਪੱਧਰ ਤੇ ਇਕੱਠ ਹੋਇਆ ਸੀ। ਫਿਰ ਉਹ ਕਹਿੰਦੇ ਕੋਈ ਗੱਲ ਨਹੀਂ, ਲੰਬਾ ਚੱਲੂਗਾ ਕੰਮ। 16 ਤਰੀਕ ਉਹਨਾਂ ਨੇ ਫਿਰ ਰੱਖ ਲਈ ਹੈ। ਉਸ ਮਾਮਲੇ ਦੇ ਵਿੱਚ ਵੀ ਗੋਲੀ ਕਿਹਦੇ ਹੁਕਮਾਂ ਨਾਲ ਚੱਲੀ? ਸੁਖਬੀਰ ਸਿੰਘ ਨੇ ਪਹਿਲਾਂ ਤਾਂ ਮੈਨੂੰ ਸੰਮਨ ਨਹੀਂ ਮਿਲੇ, ਦੂਜੀਆਂ ਗੱਲਾਂ ਤਾਂ ਸੋਸ਼ਲ ਮੀਡੀਆ ਤੋਂ ਚੱਕ ਲੈਂਦੇ ਨੇ। ਇਸ ਮਾਮਲੇ ਦੇ ਵਿੱਚ ਇੱਕ ਟੁੱਚੂ ਜਿਹਾ ਕੇਸ ਇਹਨਾਂ ਤੇ ਬਣਿਆ ਸੀ, ਜਦੋਂ ਇਹਨਾਂ ਨੇ ਇੱਕ ਜੀਰਾ ਦੇ ਕੋਲ ਸੜਕ ਦੇ ਉੱਤੇ ਰੋਕ ਕੀਤੀ ਸੀ। ਉਹ ਜੀਰੇ ਦੀ ਅਦਾਲਤ ਦੇ ਵਿੱਚ ਚੱਲਦਾ, ਉੱਥੇ ਮਾਫੀ ਵੀ ਲਈ ਜਾ ਸਕਦੀ ਸੀ ਕਿ ਮੇਰਾ ਇੱਧਰ ਸਿੱਟ ਨੇ ਬੁਲਾਇਆ, ਹੋਰ ਕੇਸ ਦਿੱਤੀ ਜਾਵੇ। ਚਲੋ ਇਹ ਉੱਥੇ ਚਲੇ ਗਏ, ਉਹਨਾਂ ਦੀ ਮਰਜ਼ੀ। ਜਿਹੜੀ ਚੀਜ਼ ਨੂੰ ਉਹਨਾਂ ਨੇ ਪ੍ਰਾਇਓਰਟੀ ਸਮਝੀ, ਉਹ ਉਧਰ ਪਾਸੇ ਤੁਰ ਪਏ ਸਿਆਸੀ ਤੌਰ ਤੇ। ਹੁਣ ਇਸ ਕੇਸ ਦੇ ਵਿੱਚ ਦੁਬਾਰਾ ਤੋਂ ਸੰਮਨ ਕਰ ਲਿਆ LK ਯਾਦਵ ਸਾਹਿਬ ਦੀ ਟੀਮ ਨੇ। ਉਹ ਹੈ 14 ਸਤੰਬਰ। ਨਾਲ ਹੀ ਫਿਰ ਇਹਦੇ ਦੂਜਾ ਕੇਸ ਵੀ ਆ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵਾਲਾ ਹੈ। ਉਹਦੀ ਜਾਂਚ ਅੱਜ ਕੱਲ੍ਹ IG ਨੌ ਨਿਹਾਲ ਸਿੰਘ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਫਿਰ 6 ਸਤੰਬਰ ਨੂੰ ਸੱਦ ਲਿਆ ਹੈ। 6 ਤੇ 14 ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਦੋਨਾਂ ਵਿਸ਼ੇਸ਼ ਜਾਂਚ ਟੀਮਾਂ ਦੇ ਅੱਗੇ ਪੇਸ਼ ਹੋਣਾ ਪਵੇਗਾ। ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਹੈ। ਜਿਹੜਾ ਪਿੱਛੇ ਡਾਕਟਰ ਸਮਰਾ ਨੇ ਕੁਝ ਕਹਿੰਦੇ ਬਸਤਾਂ ਭੇਟ ਕੀਤੀਆਂ ਸੀ, ਪੀੜਾ ਸਾਹਿਬ ਸੀ, ਇੱਕ ਸ੍ਰੀ ਸਾਹਿਬ ਸੀ, ਉਹਦੇ ਸੋਨੇ ਦੇ ਮਾਮਲੇ ਨੂੰ ਲੈ ਕੇ ਜੱਦਰ ਸਾਹਿਬ ਤੇ ਇਲਜ਼ਾਮਬਾਜ਼ੀ ਲੱਗੀ ਹੈ। ਇਸ ਤਰ੍ਹਾਂ ਦੇ ਇਲਜ਼ਾਮ ਕੋਈ ਨਵੇਂ ਨਹੀਂ, ਇਹ ਤਾਂ ਲੱਗਦੇ ਰਹਿੰਦੇ। ਤੇ ਜਿਹਨੇ ਹੁਣ ਰੋਕ ਲਈ ਹੈ ਉੱਥੋਂ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ। ਅਵਤਾਰ ਸਿੰਘ ਹਿੱਤ ਦੀ ਸ਼ਖਸੀਅਤ ਕੀ ਹੈ ਦਿੱਲੀ ਦੀ ਗਲੀ ਗਲੀ 'ਚ ਪਤਾ ਹੈ, ਲੇਕਿਨ ਉਹ ਪ੍ਰਧਾਨ ਨੇ ਉੱਥੇ, ਉਹਨਾਂ ਨੇ ਇਹਦੇ ਤੇ ਰੋਕ ਲਾਤੀ ਹੈ ਕਿ ਜਦੋਂ ਤੱਕ ਤੁਸੀਂ ਪੜਤਾਲੀਆ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਆਪ ਨੂੰ ਦੋਸ਼ ਮੁਕਤ ਨਹੀਂ ਕਰਦੇ, ਉਦੋਂ ਤੱਕ ਤੁਹਾਡੀਆਂ ਸਭਾਵਾਂ ਤੇ ਰੋਕ ਰਹੇਗੀ। ਜੀ, ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉੱਤੇ ਦੋਸ਼ ਲਗਾਏ ਨੇ ਕਿ ਉਹਨਾਂ ਦੇ ਉੱਤੇ ਸੱਤਾ ਦਾ ਨਸ਼ਾ ਉਹ ਚੜਿਆ ਹੋਇਆ। ਇਹ ਉਹੀ ਅੰਨਾ ਹਜ਼ਾਰੇ ਹੈ ਜਿਹਨੇ ਕਾਂਗਰਸ ਦੀ ਸਰਕਾਰ ਨੂੰ ਚੱਲਦਾ ਕਰਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਦਿੱਲੀ ਦੇ ਜੰਤਰ ਮੰਤਰ ਉੱਤੇ ਉਸ ਨੇ ਲੰਬਾ ਸਮਾਂ ਸੰਘਰਸ਼ ਲੜਿਆ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਪਰਿਵਰਤਨ ਲਹਿਰ ਚਲਾਉਂਦੇ ਸੀ। ਪ੍ਰਸ਼ਾਂਤ ਭੂਸ਼ਣ, ਸ਼ਸ਼ੀ ਭੂਸ਼ਣ, ਕੁਮਾਰ ਵਿਸ਼ਵਾਸ, ਬੀਬੀ ਕਿਰਨ ਬੇਦੀ ਤੇ ਹੋਰ, ਇਹ ਸਾਰੇ ਉਹਦਾ ਹਿੱਸਾ ਸਨ। ਇਹ ਲਹਿਰ ਸਾਰੇ ਹਿੰਦੁਸਤਾਨ 'ਚ ਚੱਲੀ, ਮੋਮਬੱਤੀਆਂ ਵੀ ਜਗਾਈਆਂ ਗਈਆਂ। ਪਹਿਲਾਂ ਮੈਂ ਅੰਨਾ ਹਜ਼ਾਰੇ ਨੂੰ ਇਹ ਪੁੱਛਣਾ ਚਾਹੁੰਦਾ ਹਾਂ, ਤੇਰਾ ਸਭ ਤੋਂ ਪਹਿਲਾ ਮਾਮਲਾ ਸੀ ਕਿ ਭ੍ਰਿਸ਼ਟਾਚਾਰ ਦੇ ਲਈ ਲੋਕਪਾਲ ਬਣੇ, ਉਹ ਬਣ ਗਿਆ। ਉਹਨੇ ਅਰਵਿੰਦ ਕੇਜਰੀਵਾਲ ਤੇ ਦੋਸ਼ ਲਾਤੇ ਕਿ ਉਹ ਇਸ ਵੇਲੇ ਸੱਤਾ ਦੇ ਨਸ਼ੇ 'ਚ ਗੱਲ ਕਰਦਾ ਹੈ। ਤੇ ਘੱਟੇ ਕੇਜਰੀਵਾਲ ਨਹੀਂ, ਉਹਨੇ ਵੀ ਕਹਿਤਾ ਕਿ ਅੰਨਾ ਹਜ਼ਾਰੇ ਜੀ ਅੰਨਾ ਨਾ ਰਹੋ, ਸੁਜਾਖੇ ਬਣੋ, ਕਿਤੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਬੋਲੀ ਤਾਂ ਨਹੀਂ ਬੋਲ ਰਹੇ। ਸੋ ਇੱਕ ਦੂਜੇ ਵੱਲ ਤੀਰ ਉਹ ਛੱਡਦੇ ਪਏ ਨੇ। ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਨਿਕਲਦਾ। ਜੀ।
ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਲੈ ਕੇ ਹਫਤੇ ਭਰ ਦੀਆਂ ਵੱਡੀਆਂ ਖਬਰਾਂ। ਮੈਨੂੰ ਦੇ ਇਜਾਜ਼ਤ, ਧੰਨਵਾਦ।